ਆਪਣੀ ਹੀ ਸਹੇਲੀ ਨੂੰ ਬਲਿਊ ਫਿਲਮਾਂ ਦਿਖਾ ਕੇ ਬਣਾਈ ਉਸੇ ਦੀ ਹੀ ਫਿਲਮ। ਕਿਸ ਤਰ੍ਹਾਂ ਲੋਕ ਪਿਆਰ ਮੁਹੱਬਤ ਨੂੰ ਤਾਰ-ਤਾਰ ਕਰ ਰਹੇ ਨੇ। ਪਿਆਰ ਇੱਕ ਪਵਿੱਤਰ ਸ਼ਬਦ ਹੈ, ਦੋ ਰੂਹਾਂ ਦਾ ਮਿਲਾਪ ਹੈ ਔਰ ਦੋ ਰੂਹਾਂ ਦਾ ਜਦੋਂ ਮਿਲਾਪ ਹੁੰਦਾ ਹੈ ਤਾਂ ਸੱਚਮੁੱਚ ਉਦੋਂ ਅੱਛਾ ਲੱਗਦਾ ਹੈ। ਪਰ ਕੁਝ ਲੋਕਾਂ ਦੇ ਦਿਲ ਦੇ ਵਿੱਚ ਗਲਤ ਮਨਸਾ ਹੁੰਦੀ ਹੈ, ਧਾਰਨਾ ਹੁੰਦੀ ਹੈ ਕਿਸੇ ਨੂੰ ਐਕਸਪਲੋਇਟ ਕਰਨੇ ਦੀ। ਸ਼ਾਇਦ ਇਹ ਇੱਕ ਤਰਫਾ ਪਿਆਰ ਹੋਵੇ ਜਾਂ ਪਿਆਰ ਦੇ ਵਿੱਚ ਅੰਨਾ ਹੋਣਾ ਹੋਵੇ, ਇਹ ਪਤਾ ਨਹੀਂ। ਇਹ ਸਿਰਫ ਉਹ ਜਾਣਦਾ ਹੈ ਜਾਂ ਉਸ ਦਾ ਰੱਬ ਜਾਣਦਾ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਕਿ ਇੱਕ ਲੜਕੀ ਆਪਣੇ ਬॉयਫ੍ਰੈਂਡ ਨੂੰ ਬੇਅਥਾਹ ਪਿਆਰ ਕਰਦੀ ਸੀ, ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਲੇਕਿਨ ਹੌਲੀ ਹੌਲੀ ਲੜਕੀ ਉਸ ਲੜਕੇ ਤੋਂ ਬਿਨਾਂ ਨਹੀਂ ਸੀ ਰਹਿ ਸਕਦੀ। ਦਿਨੇ ਰਾਤ ਉਸ ਦੀਆਂ ਗੱਲਾਂ ਦੇ ਵਿੱਚ ਹੀ ਉਹ ਲੱਗੀ ਰਹਿੰਦੀ ਸੀ। ਉਹ ਕਿਸ ਤਰ੍ਹਾਂ ਕਰਦਾ ਹੈ, ਕਿਸ ਤਰ੍ਹਾਂ ਬੋਲਦਾ ਹੈ, ਕੀ ਖਾਂਦਾ ਹੈ, ਕੀ ਪੀਂਦਾ ਹੈ, ਕਿਸ ਤਰ੍ਹਾਂ ਮੈਨੂੰ ਮੁਹੱਬਤ ਕਰਦਾ, ਇਹ ਸਾਰਾ ਕੁਝ ਉਸ ਦੇ ਜ਼ਿਹਨ ਦੇ ਵਿੱਚ ਦਿਨੇ ਰਾਤ ਘੁੰਮਦਾ ਰਹਿੰਦਾ ਸੀ। ਆਖਰਕਾਰ ਉਹ ਲੜਕੇ ਨੂੰ ਪਤਾ ਸੀ ਕਿ ਹੁਣ ਮੈਂ ਇਸ ਦੀ ਕਮਜ਼ੋਰੀ ਬਣ ਚੁੱਕਾ ਹਾਂ ਔਰ ਮੈਂ ਹੁਣ ਇਸ ਨੂੰ ਜਿਸ ਤਰ੍ਹਾਂ ਚਾਹੇ ਇਸਤੇਮਾਲ ਕਰ ਸਕਦਾ ਹਾਂ। ਉਹਨਾਂ ਨੇ ਇੱਕ ਦੋ ਮੀਟਿੰਗਸ ਰੱਖੀਆਂ। ਹਾਲਾਂਕਿ ਮੀਟਿੰਗਸ ਦੇ ਵਿੱਚ ਮਤਲਬ ਲੜਕੀ ਵੱਲੋਂ ਬਾਕਾਇਦਾ ਤੌਰ 'ਤੇ ਉਹਨਾਂ ਨੂੰ ਇਸ ਕਦਰ ਅੱਗੇ ਵਧਣ ਲਈ ਨਹੀਂ ਕਿਹਾ ਗਿਆ ਔਰ ਜਦੋਂ ਵੀ ਮਤਲਬ ਕੁਛ ਨਾ ਕੁਛ ਕਰਦੇ ਤਾਂ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਲੜਕੀ ਸੱਚੀ ਮੁਹੱਬਤ ਕਰਦੀ ਸੀ, ਉਸ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੀ ਸੀ। ਪਰ ਉਸ ਲੜਕੇ ਨੇ ਉਸ ਦੇ ਵਿਸ਼ਵਾਸ ਨੂੰ ਘਾਤ ਕਰ ਦਿੱਤਾ ਹੈ, ਉਸ ਦੇ ਵਿਸ਼ਵਾਸ ਨੂੰ ਖ਼ਤਮ ਕਰ ਦਿੱਤਾ ਹੈ ਔਰ ਇੱਕ ਹੋਟਲ ਦੇ ਵਿੱਚ ਕਿਸੇ ਆਪਣੇ ਦੋਸਤ ਦੀ ਬਰਥਡੇ ਪਾਰਟੀ ਦੇ ਵਿੱਚ ਲੈ ਗਿਆ, ਜਿੱਥੇ ਜਾ ਕੇ ਉਸਨੇ ਬਾਕਾਇਦਾ ਤੌਰ 'ਤੇ ਉਸ ਨੂੰ ਕੋਲਡ ਡਰਿੰਕਸ ਦੇ ਵਿੱਚ ਕੁਛ ਨਾ ਕੁਛ ਪਿਲਾ ਦਿੱਤਾ ਹੈ ਔਰ ਉਸ ਤੋਂ ਬਾਅਦ ਉਸ ਲੜਕੀ ਨੂੰ ਨਸ਼ਾ ਹੋ ਜਾਂਦਾ ਹੈ ਔਰ ਕੀਤੀ ਹੋਈ ਪਲੈਨਿੰਗ ਦੇ ਵਿੱਚ ਕਿਤੇ ਨਾ ਕਿਤੇ ਉਹ ਚੁੱਕ ਕੇ ਲੜਕੀ ਨੂੰ ਕਮਰੇ ਵਿੱਚ ਲੈ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਨਸ਼ੇ ਦੀ ਹਾਲਤ ਦੇ ਵਿੱਚ ਉਸ ਨੂੰ ਕੁਛ ਇੱਕ ਅਜਿਹੀਆਂ ਫਿਲਮਾਂ ਦਿਖਾਉਂਦਾ ਹੈ ਜੋ ਇਤਰਾਜ਼ਯੋਗ ਹੁੰਦੀਆਂ ਨੇ ਔਰ ਬਾਅਦ ਵਿੱਚ ਉਸੇ 'ਤੇ ਹੀ ਉਹ ਐਕਸਪੈਰੀਮੈਂਟ ਕਰਦਾ ਹੈ। ਆਪਣੀ ਹੀ ਸਹੇਲੀ ਦੀਆਂ ਉਹ ਮਤਲਬ ਜਿਹੜੀਆਂ ਮੂਵੀਜ਼ ਨੇ, ਫਿਲਮ ਨੇ, ਉਹ ਬਣਾਉਣ ਲੱਗ ਜਾਂਦਾ ਹੈ। ਮਤਲਬ ਉਸ ਬੱਚੀ ਨੂੰ, ਉਸ ਲੜਕੀ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਕਿਉਂਕਿ ਕੋਲਡ ਡਰਿੰਕਸ ਦੇ ਵਿੱਚ ਕਿਤੇ ਨਾ ਕਿਤੇ ਉਸ ਨੂੰ ਨਸ਼ਾ ਪਿਲਾਇਆ ਗਿਆ। ਨਸ਼ੇ ਦੀ ਆੜ ਦੇ ਵਿੱਚ ਉਹਦੇ ਕੋਲੋਂ ਇਹ ਸਾਰਾ ਕੁਝ ਕਰਵਾ ਰਿਹਾ ਸੀ। ਲੇਕਿਨ ਇਹਨਾਂ ਦੋਹਾਂ ਦਾ ਨਸ਼ਾ ਜਦੋਂ ਇਸ ਕਦਰ ਹੋ ਗਿਆ ਤੇ ਉਸਨੇ ਸਾਰੀ ਰਾਤ ਉਸ ਲੜਕੀ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਹੈ। ਲੇਕਿਨ ਵੱਡੀ ਗੱਲ ਇੱਥੇ ਹੈ ਦੋਸਤੋ ਕਿ ਵਿਸ਼ਵਾਸ, ਅੰਨਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਹਰ ਇੱਕ ਇਨਸਾਨ ਦੀ ਸੋਚ ਹੈ, ਮਾਲਕ ਨੇ ਸੋਚ ਦਿੱਤੀ ਹੋਈ ਹੈ ਔਰ ਉਸ ਸੋਚ ਨੂੰ ਬਰਕਰਾਰ ਰੱਖਦਿਆਂ ਹੋਇਆਂ ਜ਼ਿੰਦਗੀ ਦਾ ਜਿਹੜਾ ਕਦਮ ਹੈ ਅੱਗੇ ਵਧਣਾ ਚਾਹੀਦਾ ਹੈ, ਵਧਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਕਿਸਮ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸਮੱਸਿਆ ਨਾ ਆਵੇ। ਕੋਲਡ ਡਰਿੰਕਸ ਦਾ ਨਸ਼ਾ ਜਦੋਂ ਜੋ ਕੋਲਡ ਡਰਿੰਕਸ ਦੇ ਵਿੱਚ ਪਾਇਆ ਹੋਇਆ ਸੀ, ਉਸ ਦਾ ਨਸ਼ਾ ਜਦੋਂ ਹੌਲੀ ਹੌਲੀ ਉਤਰਨਾ ਸ਼ੁਰੂ ਹੋਇਆ ਔਰ ਜਿਸ ਹਾਲਾਤ ਦੇ ਵਿੱਚ ਲੜਕੀ ਨੇ ਉਸ ਕਮਰੇ ਵਿੱਚ, ਹੋਟਲ ਦੇ ਕਮਰੇ ਵਿੱਚ ਆਪਣੇ ਆਪ ਨੂੰ ਵੇਖਿਆ ਤੇ ਉਸ ਨੂੰ ਇੰਝ ਲੱਗਦਾ ਕਿ ਮੇਰੀ ਸਾਰੀ ਜ਼ਿੰਦਗੀ ਹੁਣ ਖਤਮ ਹੋ ਚੁੱਕੀ ਹੈ, ਮੇਰੀ ਇੱਜ਼ਤ ਲੁੱਟ ਹੋ ਚੁੱਕੀ ਹੈ ਔਰ ਬਾਅਦ ਵਿੱਚ ਉਸਨੇ ਮਹਿਸੂਸ ਕੀਤਾ ਕਿ ਮੇਰੇ ਉਸ ਵਿਸ਼ਵਾਸਯੋਗ ਪਾਤਰ ਨੇ ਹੀ ਮੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਆਪਣਾ ਵਿਸ਼ਵਾਸ ਨੂੰ ਕਾਇਮ ਰੱਖਣਾ ਹੈ ਤਾਂ ਬਹੁਤ ਕੁਝ ਆਪਣੇ ਹੱਥ ਵੱਸ ਵੀ ਹੁੰਦਾ ਹੈ। ਜੇਕਰ ਆਪਣੇ ਹੱਥ ਵੱਸ ਹੁੰਦਾ ਹੈ ਤਾਂ ਫਿਰ ਆਪਾਂ ਉਸ ਦਾ ਸਹੀ ਇਸਤੇਮਾਲ ਕਿਉਂ ਨਹੀਂ ਕਰਦੇ, ਕਿਉਂ ਨਹੀਂ ਆਪਾਂ ਉਹਨਾਂ ਲੋਕਾਂ ਤੋਂ ਮਤਲਬ ਸੁਚੇਤ ਹੋ ਜਾਂਦੇ। ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ। ਦੋਸਤੋ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮਾਂ ਬਾਪ ਜਿਸ ਨੇ ਆਪਾਂ ਨੂੰ ਜਨਮ ਦਿੱਤਾ ਹੈ, ਕੀ ਉਸ ਨੂੰ ਸਾਡੇ ਵਿਆਹ ਦਾ ਫਿਕਰ ਨਹੀਂ ਹੈ? ਕਿ ਉਸ ਨੂੰ ਇਹ ਫਿਕਰ ਨਹੀਂ ਹੈ ਕਿ ਮੇਰੀ ਧੀ ਦਾ ਜਾਂ ਮੇਰੇ ਪੁੱਤ ਦਾ ਕਿਸ ਤਰ੍ਹਾਂ ਦਾ ਜੀਵਨ ਸਾਥੀ ਹੋਣਾ ਚਾਹੀਦਾ ਹੈ? ਕਿ ਅਸੀਂ ਪੱਛਮੀ ਰੰਗਤ ਦੇ ਵਿੱਚ ਰੰਗ ਕੇ ਆਪਣੀ ਜ਼ਿੰਦਗੀ ਦੇ ਜੀਵਨ ਸਾਥੀ ਬਣਾਉਣ ਦਾ ਖੁਦ ਹੀ ਫੈਸਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕਈ ਵਾਰੀ ਆਪਣੇ ਦੁਆਰਾ ਲਿਆ ਫੈਸਲਾ ਜ਼ਿੰਦਗੀ ਦੇ ਵਿੱਚ ਅਜਿਹਾ ਗਲਤ ਸਾਬਤ ਹੁੰਦਾ ਹੈ ਕਿ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਦੀ ਜ਼ਿੰਦਗੀ ਵੀ ਉਸ ਫੈਸਲੇ ਵਿੱਚ ਚਲੇ ਜਾਂਦੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਮਾਂ-ਬਾਪ ਨੇ ਆਪਾਂ ਨੂੰ ਜਨਮ ਦਿੱਤਾ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੇ ਲਈ ਚੰਗਾ ਵਰ ਤਲਾਸ਼ ਕਰਨ। ਜੇਕਰ ਵਰ ਤਲਾਸ਼ ਚੰਗਾ ਨਹੀਂ ਕਰਦੇ ਤਾਂ ਮਤਲਬ ਸਹਿਮਤੀ ਜਿਹੜੀ ਹੋਣੀ ਹੈ ਉਹ ਬਹੁਤ ਜ਼ਰੂਰੀ ਚਾਹੀਦੀ ਹੈ। ਸੋ ਜਦੋਂ ਉਸ ਬੱਚੀ ਨੂੰ ਇਹ ਪਤਾ ਲੱਗਾ ਕਿ ਹੁਣ ਸਭ ਕੁਝ ਖਤਮ ਹੋ ਗਿਆ ਤਾਂ ਉਸਨੇ ਆਲੇ ਦੁਆਲੇ ਵੇਖਿਆ ਕਿ ਮੇਰਾ ਬॉयਫ੍ਰੈਂਡ ਹੈ ਕਿੱਥੇ ਆ, ਪਰ ਉਸ ਵੇਲੇ ਉਹ ਸਾਰੇ ਉੱਥੋਂ
ਜਾ ਚੁੱਕੇ ਸਨ। ਬਾਹਰੋਂ ਦਰਵਾਜ਼ਾ ਖੜਕਾਇਆ ਔਰ ਵੇਟਰ ਦੀ ਆਵਾਜ਼ ਆਈ ਤੇ ਉਸਨੇ ਪੁੱਛਿਆ ਕਿ ਕਿੱਥੇ ਗਏ ਨੇ ਲੋਕ, ਤਾਂ ਉਹਨਾਂ ਨੇ ਕਿਹਾ ਜੀ ਤੁਸੀਂ ਹੀ ਇਕੱਲੇ ਹੋ, ਬਾਕੀ ਸਾਰੇ ਤਾਂ ਰਾਤੋਂ ਰਾਤ ਹੀ ਆਪਣੇ ਘਰਾਂ ਨੂੰ ਚਲ ਗਏ ਹੋ ਔਰ ਤੁਸੀਂ ਵੀ ਰਿਸੈਪਸ਼ਨ ਤੇ ਆ ਕੇ ਇਸ ਕਮਰੇ ਦਾ ਕਿਰਾਇਆ ਦਿਓ ਤੇ ਤੁਸੀਂ ਵੀ ਇੱਥੋਂ ਜਾ ਸਕਦੇ ਹੋ। ਇਹ ਗੱਲ ਸੁਣ ਕੇ ਉਸਦੇ ਹੋਸ਼ ਉੜ ਗਏ ਔਰ ਉਸ ਨੂੰ ਕੁਝ ਵੀ ਚੰਗਾ ਜਾਂ ਸੁੱਝਦਾ ਚੰਗਾ ਨਹੀਂ ਲੱਗ ਰਿਹਾ ਸੀ। ਔਰ ਆਖਰਕਾਰ ਇਸ ਕਹਾਣੀ ਤੋਂ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਵਿਸ਼ਵਾਸ ਕਰੋ ਪਰ ਅੰਨਾ ਵਿਸ਼ਵਾਸ ਕਿਸੇ ਤੇ ਨਾ ਕਰੋ। ਮਾਲਕ ਨੇ ਸੋਚ ਦਿੱਤੀ ਹੈ, ਦਿਮਾਗ ਦਿੱਤਾ ਹੈ, ਇਸ ਦਾ ਇਸਤੇਮਾਲ ਜ਼ਰੂਰ ਕਰੋ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया। मैं ये तेल 3 महीने लाना अपने सिर पर अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना किती असीं अपने बालां करके शर्म फील